ਸੋ ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ ਇਸਜਾਪ ਐਡੂਕੋਮ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣਾ ਫਾਈਨੈਂਸ਼ੀਅਲ ਸਟੇਟਮੈਂਟ ਦਾ ਟੌਪਿਕ ਹੈ ਉਹ ਮਤਲਬ ਫਿਨਿਸ਼ ਹੋ ਚੁੱਕਿਆ ਹੈ ਅਤੇ ਜਿਹੜਾ ਮੈਨੇਜਮੈਂਟ ਅਕਾਊਂਟਿੰਗ ਦਾ ਪਾਰਟ ਸੀਗਾ ਅਤੇ ਅੱਜ ਉਸ ਚੈਪਟਰ ਦੇ ਉਸ ਟੌਪਿਕ ਦੇ MCQ ਡਿਸਕਸ ਕਰਾਂਗੇ। ਸਟੂਡੈਂਟਸ, MCQ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ। ਕਾਫੀ ਸਟੂਡੈਂਟਸ ਦੇ ਮੇਰੇ ਕੋਲ ਕਮੈਂਟ ਆ ਰਹੇ ਸੀਗੇ ਕਮੈਂਟ ਸੈਕਸ਼ਨ 'ਚ ਕਿ ਮੈਮ ਜਿਹੜੀ ਇਹ ਜੂਨੀਅਰ ਆਡੀਟਰ ਦਾ ਐਗਜ਼ਾਮ ਹੈਗਾ ਇਹਦਾ ਸਿਲੇਬਸ ਕੀ ਹੋਏਗਾ, ਕੀ ਇਹ PPSC ਦੇ ਐਗਜ਼ਾਮ ਨਾਲ ਹੀ ਹੋਏਗਾ ਜਾਂ ਦੋਨੋਂ ਡਿਫਰੈਂਟ ਹੋਣਗੇ ਐਗਜ਼ਾਮ। ਮੈਂ ਤੁਹਾਡੇ ਇਹ ਸਾਰੇ ਕੁਐਸਚਨਸ ਦਾ ਆਨਸਰ ਦਊਂਗੀ। ਸਭ ਤੋਂ ਪਹਿਲਾਂ ਜੀ ਜੇ ਅਸੀਂ ਗੱਲ ਕਰੀਏ ਸਿਲੇਬਸ ਦੀ, ਹੈ ਨਾ, ਜੇ ਅਸੀਂ ਗੱਲ ਸਿਲੇਬਸ ਦੀ ਕਰੀਏ, ਜਿਹੜੀ ਲਾਸਟ ਜਿਵੇਂ ਗਵਰਨਮੈਂਟ ਹੋਈ ਸੀਗੀ ਆਪਣੀ ਕਾਂਗਰਸ ਆਈ ਸੀਗੀ, ਉਹਨਾਂ ਦਾ ਐਗਜ਼ਾਮ ਲੈਣ ਦਾ ਪੈਟਰਨ ਡਿਫਰੈਂਟ ਸੀਗਾ ਅਤੇ ਜਿਹੜੀ ਐਟ ਪ੍ਰੈਜ਼ੈਂਟ ਗਵਰਨਮੈਂਟ ਇਹਨਾਂ ਦਾ ਐਗਜ਼ਾਮ ਲੈਣ ਦਾ ਪੈਟਰਨ ਡਿਫਰੈਂਟ ਹੈ। ਸੋ ਕਿਵੇਂ ਹੈ ਜੀ, ਦੇਖੋ ਜਿਹੜੀ ਪਹਿਲੀ ਸੀਗੀ ਜਿਵੇਂ ਲਾਸਟ ਪੋਸਟਾਂ ਉਹਦੇ 'ਚ ਆਈ ਸੀਗੀ ਕਾਫੀ ਟਾਈਮ ਪਹਿਲਾਂ ਐਕਸਾਈਜ਼ ਇੰਸਪੈਕਟਰ ਦੀਆਂ, ਉਹਨਾਂ ਨੇ ਜਿਹੜੀ ਕਾਂਗਰਸ ਪਾਰਟੀ ਸੀਗੀ ਉਹਨਾਂ ਨੇ ਉਹਦੇ 'ਚ ਜਿਹੜਾ ਟੌਪਿਕ ਐਡ ਕੀਤਾ ਸੀ ਟੈਕਸੇਸ਼ਨ ਟੌਪਿਕ ਐਡ ਕੀਤਾ ਸੀਗਾ ਐਕਸਾਈਜ਼ 'ਚ, ਹੈ ਨਾ। ਸੋ ਇੰਗਲਿਸ਼, ਮੈਥ, ਆਪਣੀ ਪੰਜਾਬੀ, ਮੈਥਸ, ਰੀਜ਼ਨਿੰਗ, ਇਹ GK ਹੋ ਗਈ ਆਪਣੀ, ਹੈ ਨਾ। ਇਸ ਤੋਂ ਇਲਾਵਾ ਉਹਨਾਂ ਨੇ ਟੈਕਸੇਸ਼ਨ ਦਾ ਪਾਰਟ ਇਨਕਲੂਡ ਕੀਤਾ ਸੀਗਾ ਸਿਲੇਬਸ 'ਚ। ਅਤੇ ਬਟ ਜਿਹੜੀ ਆਪਣੀ ਹੁਣ ਇਹ ਪ੍ਰੈਜ਼ੈਂਟ ਗਵਰਨਮੈਂਟ ਹੈ ਇਹਨਾਂ ਨੇ ਜਿਹੜਾ ਹੁਣ ਐਕਸਾਈਜ਼ ਦਾ ਐਗਜ਼ਾਮ ਲਿਆ ਉਹਦੇ 'ਚ ਟੈਕਸੇਸ਼ਨ ਟੌਪਿਕ ਬਿਲਕੁਲ ਵੀ ਐਡ ਨਹੀਂ ਸੀਗਾ। ਉਹਨਾਂ ਨੇ ਇੱਕ ਸਿੰਪਲ ਸਿਲੇਬਸ ਸੀਗਾ ਕਿ ਤੁਹਾਡੀ ਇੰਗਲਿਸ਼, ਮੈਥ, ਪੰਜਾਬੀ, ਰੀਜ਼ਨਿੰਗ, ਹੈ ਨਾ, ਅਤੇ ਆਪਣੀ GK ਆਏਗੀ, ਪੰਜਾਬ GK, ਇਕਨੋਮਿਕ ਇਸ਼ੂ, ਸਾਰੇ ਜਿੰਨੇ ਵੀ ਇਸ਼ੂ ਸੀਗੇ ਉਹ ਆਉਣਗੇ, ਹੈ ਨਾ। ਉਹ ਪੂਰਾ ਪ੍ਰੋਪਰ ਆਇਆ ਸੀਗਾ ਅਤੇ ਪੇਪਰ ਦਾ ਜਿਹੜਾ ਐਗਜ਼ਾਮ ਦਾ ਲੈਵਲ ਸੀਗਾ ਉਹ ਕਾਫੀ ਵਧੀਆ ਸੀਗਾ। ਮਤਲਬ ਈਜ਼ੀ ਨਹੀਂ ਸੀਗਾ, ਈਜ਼ੀ ਟੂ ਮੋਡਰੇਟ ਵੀ ਤੁਸੀਂ ਕਹਿ ਸਕਦੇ ਹੋ, ਇਸ ਟਾਈਪ ਦਾ ਸੀ। ਮਤਲਬ ਲੈਵਲ ਐਗਜ਼ਾਮ ਕਾਫੀ ਵਧੀਆ ਪਾਇਆ ਹੋਇਆ ਸੀਗਾ ਜਿਸ ਟਾਈਪ ਦੀ ਉਹ ਪੋਸਟ ਸੀਗੀ। ਸੋ ਦੇਖੋ ਤੁਸੀਂ ਜਿਹੜਾ ਹੁਣ ਇਹ ਆਪਣਾ ਜੂਨੀਅਰ ਆਡੀਟਰ ਦਾ ਐਗਜ਼ਾਮ ਹੈ, PPSC ਦਾ ਅਤੇ PSSB ਦਾ, ਇਹ ਦੋਨੋਂ ਐਗਜ਼ਾਮ ਡਿਫਰੈਂਟ ਹੋਣਗੇ। ਕਿਉਂ ਹੋਣਗੇ? ਕਿਉਂਕਿ ਦੋਨਾਂ ਦੇ ਜਿਹੜੇ ਐਗਜ਼ਾਮ ਪੈਟਰਨ ਨੇ ਉਹ ਵੀ ਡਿਫਰੈਂਟ ਨੇ, ਰਾਈਟ। ਜਿਹੜਾ PPSC ਹੈ ਉਹਨੇ ਪੂਰਾ ਬਰੀਫ 'ਚ ਤੁਹਾਨੂੰ ਬ੍ਰਾਂਚ ਆਫ ਅਕਾਊਂਟਿੰਗ ਪੁੱਛਿਆ ਕਿ ਕੀ ਹੁੰਦੀਆਂ ਨੇ, ਉਹਦੇ ਰਿਲੇਟਿਡ ਤੁਹਾਡਾ ਹੋਏਗਾ ਕੁਐਸਚਨਸ ਆਉਣਗੇ ਅਤੇ ਉਹਨਾਂ ਦੇ ਮਾਰਕਸ ਹੈ ਜਿਹੜੇ ਉਹ ਵੀ ਡਿਫਰੈਂਟ ਨੇ। ਅਤੇ ਜਿਹੜਾ ਆਪਣਾ PSSB ਦਾ ਉਹਦਾ ਡਿਫਰੈਂਟ ਮੈਥਡ ਆ। ਉਹਦੇ 'ਚ ਦੇਖੋ ਇੰਨਾ ਤਾਂ ਕਨਫਰਮ ਹੈਗਾ ਕਿ ਤੁਹਾਡੀ ਹਿੰਦੀ, ਪੰਜਾਬੀ, ਆਪਣੀ ਇੰਗਲਿਸ਼, ਮੈਥ ਅਤੇ ਆਪਣਾ ਰੀਜ਼ਨਿੰਗ, GK, ਇਹ ਪੰਜਾਬ ਦੀ ਅਤੇ ਇੰਡੀਆ ਦੀ GK ਆਣੀ ਕਨਫਰਮ ਹੈ। ਹੁਣ ਇਹ ਸਟੂਡੈਂਟ 50-50% ਹੈ ਕਿ ਅਕੋਰਡਿੰਗ ਟੂ ਦਾ ਪੋਸਟ ਉਹ ਇਸ ਦੇ ਰਿਗਾਰਡਿੰਗ ਸਿਲੇਬਸ ਪਾਉਣਗੇ ਜਾਂ ਨਹੀਂ ਪਾਉਣਗੇ, ਇਹ ਹੁਣ PSSB ਦੀ ਜਿਹੜੀ ਆਪਣੇ ਮੈਂਬਰਸ ਨੇ ਉਹ ਡਿਸਾਈਡ ਕਰਨਗੇ, ਹੈ ਨਾ। ਸੋ ਮੇਰਾ ਸੁਜੈਸ਼ਨ ਤੁਹਾਨੂੰ ਇਹੀ ਹੈ ਕਿ ਤੁਸੀਂ ਸਿਲੇਬਸ ਦੇ ਪਿੱਛੇ ਨਾ ਭੱਜੋ, ਜਿਹੜਾ ਸਾਨੂੰ ਐਜ਼ ਪਰ ਸਿਲੇਬਸ ਆਉਂਦਾ ਰਿਹਾ। ਕਿਉਂਕਿ ਦੇਖੋ ਹੁਣ ਇਹ ਆਈ ਥਿੰਕ 27 ਨੂੰ ਇਹਨਾਂ ਦੀ ਕਲੋਜ਼ਿੰਗ ਹੈਗੀ ਆ, ਆਪਣੇ ਜੂਨੀਅਰ ਆਡੀਟਰ ਕਲੋਜ਼ ਹੋ ਜਾਏਗੀ ਔਨਲਾਈਨ ਰਜਿਸਟ੍ਰੇਸ਼ਨ। ਸੋ ਉਹ ਤੋਂ ਬਾਅਦ ਹੀ ਇਹ ਜਿਹੜਾ ਸਿਲੇਬਸ ਹੈ ਤੁਹਾਨੂੰ ਡਿਸਕਲੋਜ਼ ਕਰਨ ਦੀ, ਉਹ ਤੋਂ ਬਾਅਦ ਹੀ ਸਾਨੂੰ ਪਤਾ ਚੱਲੇਗਾ ਕਿ ਸਿਲੇਬਸ ਆਏਗਾ ਕੀ। ਲੇਕਿਨ ਇਹਦੇ 'ਚੋਂ ਇੰਨਾ 100% ਤਾਂ ਇੰਨਾ ਸ਼ੋਰ ਹੈਗਾ ਕਿ ਸਾਨੂੰ ਆਪਣੀ ਇੰਗਲਿਸ਼, ਪੰਜਾਬੀ, ਮੈਥ, ਰੀਜ਼ਨਿੰਗ, GK ਤਾਂ ਕਨਫਰਮ ਆਉਣੀ ਹੈ। ਸੋ ਤੁਸੀਂ ਇਹ 'ਤੇ ਜ਼ਿਆਦਾ ਆਪਣਾ ਫੋਕਸ ਕਰੋ, ਚਾਹੇ ਉਹ ਤੁਹਾਡੀ ਜੂਨੀਅਰ ਆਡੀਟਰ ਦੀ ਹੈ, ਚਾਹੇ ਤੁਹਾਡੀ ਸੀਨੀਅਰ ਸਹਾਇਕ ਦੇ, ਚਾਹੇ ਕੋਈ ਅਦਰ ਪੋਸਟ ਹੈ। ਅਕੋਰਡਿੰਗ ਟੂ ਯੋਰ ਕੁਆਲੀਫਿਕੇਸ਼ਨ, ਠੀਕ ਹੈ, ਉਹ ਟੌਪਿਕ ਪਾ ਸਕਦੇ ਆ, ਨਹੀਂ ਵੀ ਪਾ ਸਕਦੇ, ਇਹ ਹੁਣ ਉਹਨਾਂ ਦੇ ਮੈਂਬਰਸ 'ਤੇ ਡਿਪੈਂਡ ਹੈ ਜਦੋਂ ਉਹ ਸਿਲੇਬਸ ਅਪਡੇਟ ਕਰਨਗੇ। ਪਰ ਜਿਵੇਂ ਕਿ ਹੁਣ ਜਿਵੇਂ ਪਹਿਲਾਂ ਦੇ ਹੋਏ ਆ ਐਗਜ਼ਾਮ ਹੋਏ ਆ, ਉਹਦੇ ਅਕੋਰਡਿੰਗ ਜੇ ਅਸੀਂ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਉਹ ਇੱਕ ਸਪੈਸੀਫਿਕ ਸਿਲੇਬਸ ਜਿਹੜਾ ਹੈ ਕਿ ਡਿਫਰੈਂਟ ਟਾਈਪ ਜਿਵੇਂ ਜੂਨੀਅਰ ਆਡੀਟਰ ਦਾ ਉਹਦੇ 'ਚ ਅਕਾਊਂਟਿੰਗ ਸਮਥਿੰਗ ਦਾ ਕੁਛ ਪਾਉਣਗੇ। ਬਾਕੀ ਜੇ ਪਾ ਵੀ ਦੇ ਆ ਤਾਂ ਤੁਸੀਂ ਉਹਦੀ ਪ੍ਰੈਕਟਿਸ ਵੀ ਈਜ਼ੀ ਕਰ ਸਕਦੇ ਹੋ, ਲੇਕਿਨ ਤੁਸੀਂ ਬੈਟਰ ਹੈ ਕਿ ਤੁਸੀਂ ਪ੍ਰੈਕਟਿਸ ਕਰੋ, ਮੋਰ ਪ੍ਰੈਕਟਿਸ ਕਰੋ ਆਪਣੇ ਮੈਥ, ਰੀਜ਼ਨਿੰਗ ਦੀ। ਕਰੰਟ ਅਫੇਅਰਸ ਤੋਂ ਬਹੁਤ ਵਧੀਆ ਕੁਐਸਚਨਸ ਆਉਂਦੇ ਆ, ਸੋ ਉਹ 'ਤੇ ਫੋਕਸ ਕਰੋ ਨਾ ਕਿ ਸਿਲੇਬਸ 'ਤੇ, ਠੀਕ ਹੈ ਜੀ। ਸੈਕਿੰਡ ਕੁਐਸਚਨ ਹੈ ਜੀ ਆਪਣਾ ਐਗਜ਼ਾਮ ਦਾ, ਕਿ ਜਿਹੜਾ ਆਪਣਾ PPSC ਦਾ ਐਗਜ਼ਾਮ ਹੈ ਅਤੇ PSSB ਦਾ ਐਗਜ਼ਾਮ ਹੈ, ਇਹ ਕਦੋਂ ਹੋਣਗੇ। ਦੇਖੋ ਸਟੂਡੈਂਟ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਆਪਣੀ ਪੰਚਾਇਤ ਦੇ ਇਲੈਕਸ਼ਨਸ ਹੋਣੇ ਆ, ਹੈ ਨਾ। ਜੇ ਉਹਨਾਂ ਨੇ ਫਿਲਹਾਲ ਇਹ ਡੇਟ ਡਿਕਲੇਅਰ ਨਹੀਂ ਕੀਤੀ, ਜੇ ਉਹਨਾਂ ਨੇ ਇਹ ਡਿਕਲੇਅਰ ਕਰਤੀ ਤਾਂ ਇਹ ਤੋਂ ਬਾਅਦ ਐਗਜ਼ਾਮ ਹੋਣਗੇ ਤੁਹਾਡੇ, ਇੰਨਾ ਤਾਂ ਕਨਫਰਮ ਹੈਗਾ। ਅਤੇ ਜੇ ਨਹੀਂ ਹੋਈ ਹੈਗੀ ਤਾਂ ਉਹ ਤੋਂ ਪਹਿਲਾਂ ਹੀ ਐਗਜ਼ਾਮ ਲੈ ਲੈਣਗੇ ਤੁਹਾਡੇ, ਨਵੰਬਰ, ਦਸੰਬਰ ਐਵੇਂ ਲੈ ਲੈਣਗੇ। ਸੋ ਇੰਨਾ ਕਨਫਰਮ ਹੈਗਾ ਕਿ ਤੁਹਾਡਾ ਇਨ ਫਿਊਚਰ 'ਚ ਐਗਜ਼ਾਮ ਡੈਫੀਨੇਟਲੀ ਹੋਏਗਾ, 100% ਹੋਏਗਾ। ਸੋ ਮੇਰਾ ਸੁਜੈਸ਼ਨ ਸਟੂਡੈਂਟਸ ਤੁਹਾਨੂੰ ਇਹੀ ਹੈ ਕਿ ਸਿਲੇਬਸ ਅਤੇ ਐਗਜ਼ਾਮ ਦੇ ਪਿੱਛੇ ਤੁਸੀਂ ਨਾ ਭੱਜੋ, ਠੀਕ ਹੈ। ਐਗਜ਼ਾਮ ਕਦੋਂ ਹੋਏਗਾ, ਕਿਵੇਂ ਹੋਏਗਾ, ਬੈਟਰ ਹੈ ਤੁਸੀਂ ਆਪਣੀ ਤਿਆਰੀ ਨੂੰ ਇੱਕਦਮ ਪ੍ਰੋਪਰ
ਪੂਰੇ ਪ੍ਰੋਪਰ ਹਾਰਡ ਵਰਕ ਨਾਲ ਤੁਸੀਂ ਉਹਨੂੰ ਕਰੋ ਤਾਂ ਕਿ ਤੁਸੀਂ ਜੋ ਪੋਸਟ ਫਿਲ ਕੀਤੀ ਹੈ ਉਹ ਤੁਸੀਂ ਆਪਣੀ ਉਹਦੇ 'ਚ ਜੁਆਇਨਿੰਗ ਲੈ ਸਕੋ। ਸੋ ਓਕੇ ਸਟੂਡੈਂਟ, ਸੋ ਇਹ ਇਨਫੋਰਮੇਸ਼ਨ ਸੀਗੀ। ਸੋ ਅਸੀਂ ਆਪਣੇ ਕੁਐਸਚਨ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਹੈ ਜੀ ਆਪਣਾ ਫਾਈਨੈਂਸ਼ੀਅਲ ਅਕਾਊਂਟਿੰਗ ਕਹਿੰਦਾ ਹੈ ਜੀ। ਫਸਟ ਕੁਐਸਚਨ ਹੈ ਜੀ, ਸ਼ੇਅਰਸ ਔਨ ਵਿਚ ਦ ਕੰਪਨੀ ਹੈਜ਼ ਨੋ ਕੋਲਡ ਦ ਐਂਟਾਇਰ ਨੋਮੀਨਲ ਵੈਲਿਊ ਹੈ ਜਿਹੜੀ ਉਹਦੀ ਸ਼ੋਅ ਕੀਤੀ ਜਾਂਦੀ ਆਪਣੀ ਨੋਟਸ ਟੂ ਅਕਾਊਂਟਸ ਦੇ ਵਿੱਚ ਔਨ ਸ਼ੇਅਰ ਕੈਪੀਟਲ ਹੈ ਜਿਹੜੀ ਅੰਡਰ ਸਬਸਕ੍ਰਾਈਬ ਕੈਪੀਟਲ ਦੇ ਅੰਦਰ। ਕਹਿੰਦੇ ਜੀ ਜਿਹੜੇ ਇਸ ਕੰਪਨੀ ਦੇ ਸ਼ੇਅਰਸ ਹੈ ਜਿਹੜੇ ਉਹਨਾਂ ਨੇ ਹਲੇ ਕਾਲ ਨਹੀਂ ਕੀਤੀ। ਮੈਂ ਤੁਹਾਨੂੰ ਦੱਸਿਆ ਸੀਗਾ ਨਾ ਜੀ ਪੇਡ ਅਪ ਤੇ ਫੁੱਲੀ ਕਾਲ ਅਪ ਕਿਵੇਂ ਹੁੰਦਾ, ਜਦੋਂ ਵੀ ਆਪਣੇ ਸ਼ੇਅਰ ਹੋਲਡਰ ਨੂੰ ਕਿਹਾ ਜਾਏਗਾ ਜੀ ਹਾਂਜੀ ਤੁਸੀਂ ਆਪਣੀ ਅਲਾਟਮੈਂਟ ਮਨੀ ਦਿਓ, ਫਸਟ ਕਾਲ ਦਿਓ, ਸੈਕਿੰਡ ਦਿਓ, ਫਾਈਨਲ ਕਾਲ ਦਿਓ, ਹੈ ਨਾ। ਮੈਂ ਲਾਸਟ ਵੀਡੀਓ 'ਚ ਤੁਹਾਨੂੰ ਇਹ ਦੱਸਿਆ ਸੀਗਾ, ਉਹ ਉਹਨਾਂ ਨੂੰ ਉਸ ਟਾਈਮ ਪੇ ਕਰਨੀ ਪੈਂਦੀ ਹੈ। ਬਟ ਕਹਿੰਦਾ ਹੈ ਕਿ ਜਿਹੜੇ ਸਾਨੂੰ ਨਹੀਂ ਕਾਲ ਨਹੀਂ ਆਈ ਹੈਗੀ ਆਪਣੀ ਪੂਰੀ ਇੰਟਾਇਰ ਵੈਲਿਊ 'ਤੇ, ਤਾਂ ਉਹ ਕੀ ਹੁੰਦਾ ਹੈ ਜੀ, ਉਹ ਹੁੰਦੀ ਹੈ ਜੀ ਸਬਸਕ੍ਰਾਈਬ ਕੈਪੀਟਲ ਫੁੱਲੀ ਪੇਡ ਅਪ ਹੁੰਦੀ ਹੈ ਜੀ, ਜਿਹੜੀ ਸਬਸਕ੍ਰਾਈਬ ਕੀਤੀ ਸੀਗੀ ਫੁੱਲੀ ਪੇਡ ਅਪ ਹੋਊਗੀ, ਜਾਂ ਸਬਸਕ੍ਰਾਈਬ ਕੈਪੀਟਲ ਨਾਟ ਫੁੱਲੀ ਪੇਡ ਅਪ। ਸੀ ਆਪਸ਼ਨ ਹੈ ਜੀ ਨਨ ਆਫ ਦ ਅਬਵ ਐਂਡ ਫੋਰਥ ਆਪਸ਼ਨ ਐਨੀ ਆਫ ਦ ਅਬਵ। ਸੋ ਇਹਦਾ ਰਾਈਟ ਆਂਸਰ ਹੈ ਜੀ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ। ਉਹ ਸ਼ੇਅਰਸ ਜਿਨ੍ਹਾਂ ਦੀ ਪੈਸਾ, ਜਿਨ੍ਹਾਂ ਦੀ ਕਾਲ ਮਨੀ, ਅਲਾਟਮੈਂਟ ਮਨੀ ਫੁੱਲੀ ਪੇ ਹੋ ਗਈ ਹੋਵੇ, ਉਹ ਤੁਹਾਡੀ ਕਿਹੜੀ ਕੈਪੀਟਲ ਹੁੰਦੇ, ਸਬਸਕ੍ਰਾਈਬਡ ਕੈਪੀਟਲ ਐਂਡ ਪੇਡ ਅਪ ਕੈਪੀਟਲ ਹੁੰਦੀ ਆ। ਤੇ ਜਿਨ੍ਹਾਂ ਦੀ ਕਾਲਸ ਪ੍ਰੋਪਰ ਮਤਲਬ ਸ਼ੇਅਰ ਹੋਲਡਰਸ ਨੇ ਪੇ ਨਹੀਂ ਕੀਤੀ, ਕਿਤੇ ਏਰੀਅਰ ਆ ਗਿਆ, ਮੀਨਸ ਉਹਨੇ ਜਿਵੇਂ ਆਪਣੀ ਐਪਲੀਕੇਸ਼ਨ ਮਨੀ ਦੇਤੀ, ਅਲਾਟਮੈਂਟ ਮਨੀ ਦੇਤੀ, ਫਸਟ ਕਾਲ ਦੇਤੀ, ਸੈਕਿੰਡ ਕਾਲ ਦਿੱਤੀ, ਲੇਕਿਨ ਉਹਨੇ ਫਾਈਨਲ ਕਾਲ ਨਹੀਂ ਦਿੱਤੀ। ਸੋ ਉਹ ਜਿਹੜੀ ਫਾਈਨਲ ਕਾਲ ਹੈ ਤੁਹਾਡਾ ਕਾਲ ਇਨ ਏਰੀਅਰ ਹੋਏਗਾ, ਹੈ ਨਾ, ਜਿਹਦੇ 'ਚ ਕੋਈ ਵੀ ਕਾਲ ਮਿਸ ਹੋਗੀ ਜਿਹਦੀ ਉਹਨੇ ਪੇਮੈਂਟ ਨਹੀਂ ਕੀਤੀ ਹੈਗੀ, ਉਹ ਹੋਏਗੀ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ। ਸੋ ਇਹ ਕੇਸ 'ਚ ਵੀ ਐਵੇਂ ਦੀ ਤੁਹਾਡੀ ਕੀ ਹੋਏਗੀ ਕੈਪੀਟਲ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ। ਨੈਕਸਟ ਕੁਐਸਚਨ ਹੈ ਜੀ ਸੇਮ, ਕਹਿੰਦਾ ਜੀ ਸ਼ੇਅਰਸ ਔਨ ਵਿਚ ਕੰਪਨੀ ਹੈਜ਼ ਕਾਲ ਦ ਐਂਟਾਇਰ ਨੋਮੀਨਲ ਵੈਲਿਊ ਲੈ ਲਈ ਐਂਡ ਰਿਸੀਵ ਵੀ ਹੋਗੀ, ਤੇ ਅਸੀਂ ਉਹਨੂੰ ਨੋਟਸ ਟੂ ਅਕਾਊਂਟ ਦੇ ਵਿੱਚ ਰਿਕਾਰਡ ਕਰਦੇ ਹਾਂ, ਉਹ ਕੈਪੀਟਲ ਕੀ ਹੋਏਗੀ ਜੀ। ਦੇਖੋ ਜੀ ਕਾਲ ਕੀਤੀ ਤੇ ਪੂਰੀ ਸਾਨੂੰ ਉਹ ਮਿਲ ਗਈ, ਤਾਂ ਉਹ ਕਿਹੜੀ ਕੈਪੀਟਲ ਹੋਏਗੀ ਜੀ ਆਪਣੀ ਸਬਸਕ੍ਰਾਈਬ ਐਂਡ ਫੁੱਲੀ ਪੇਡ ਅਪ ਕੈਪੀਟਲ। ਯੋਰ ਆਂਸਰ ਇਜ਼ ਬੀ। ਸੋ ਨੈਕਸਟ ਕੁਐਸਚਨ ਹੈ ਜੀ ਆਪਣਾ ਕੁਐਸਚਨ ਨੰਬਰ 3 ਹੈ ਜੀ, ਕਹਿੰਦਾ ਸ਼ੇਅਰਸ ਔਨ ਵਿਚ ਕੰਪਨੀ ਹੈਜ਼ ਕਾਲ ਦ ਐਂਟਾਇਰ ਨੋਮੀਨਲ ਵੈਲਿਊ ਬਟ ਹੈਜ਼ ਨਾਟ ਰਿਸੀਵ ਦਾ ₹2 of 500 ਸ਼ੇਅਰਸ ਵਿਚ ਇਜ਼ ਦ ਫਾਈਨਲ ਕਾਲ। ਰਿਸੀਵ ਨਹੀਂ ਹੋਈ ਬਟ ਅਸੀਂ ਉਹਨੂੰ ਨੋਟਸ ਟੂ ਅਕਾਊਂਟ ਦੇ ਵਿੱਚ ਸ਼ੋਅ ਕਰਦੇ ਹਾਂ। ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜਾ ਡੇਟਾ ਹੁੰਦਾ ਅਸੀਂ ਕਿੱਥੇ ਰਿਕਾਰਡ ਕਰਦੇ, ਜਿਹੜਾ ਨੋਟਸ ਟੂ ਅਕਾਊਂਟਸ ਦੇ ਵਿੱਚ ਰਿਕਾਰਡ ਕਰਦੇ ਆ। ਕਹਿੰਦਾ ਜੀ ₹2 ਏਰੀਅਰ ਆ ਗਿਆ, ਫਾਈਨਲ ਕਾਲ ਨਹੀਂ ਦਿੱਤੀ ਜੀ ਉਹਨਾਂ ਨੇ, ਜਿਹੜੀ ਮੈਂ ਤੁਹਾਨੂੰ ਲਾਸਟ ਸਮਝਾ ਕੇ ਹਟੀ ਹਾਂ, ਤਾਂ ਉਹ ਕੀ ਹੋਏਗੀ ਜੀ ਆਪਣੀ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ, ਹੈ ਨਾ। ਆਪਸ਼ਨ ਕੀ ਹੋਏਗੀ ਜੀ ਆਪਣੀ ਆਪਸ਼ਨ ਬੀ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ ਕੈਪੀਟਲ ਹੋਏਗੀ ਜੀ, ਜਿਹਦੇ 'ਚ ਉਹਨੇ ਪੇਮੈਂਟ ਸ਼ੇਅਰ ਹੋਲਡਰ ਨੇ ਨਹੀਂ ਦਿੱਤੀ, ਉਹ ਆਪਣੀ ਕੀ ਹੋਏਗੀ ਨਾਟ ਫੁੱਲੀ ਪੇਡ ਅਪ। ਸੋ ਨੈਕਸਟ ਕੁਐਸਚਨ ਹੈ ਜੀ, ਕਹਿੰਦਾ ਕੰਪਨੀ ਨੇ ਇਸ਼ੂ ਕੀਤੇ ਹੈ ਜੀ 1 ਲੱਖ ਇਕੁਇਟੀ ਸ਼ੇਅਰ 10 ਦਾ ਈਚ ਹੈ ਨਾ, ਕਾਲ ਕੀਤੀ ਉਹਨੇ ਪੂਰੀ ਮਨੀ, ਨੋਮੀਨਲ ਵੈਲਿਊ ਹੈ ਸ਼ੇਅਰਸ ਦੀ, ਬਟ ਉਹਦੇ 'ਚੋਂ ਕੀ ਕਹਿ ਰਿਹਾ ਜੀ ਜਿਹੜੀ ਇੱਕ ਕਾਲ ਹੈ ਫਾਈਨਲ ਕਾਲ ਨਹੀਂ ਦਿੱਤੀ ਕਿਸੇ ਪਰਸਨ ਨੇ, ਹੈ ਨਾ। ਸੋ ਇੱਥੇ ਕੀ ਆ ਗਈ ਜੀ ਆਪਣਾ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ ਕੈਪੀਟਲ ਆ ਗਈ। ਸੋ ਇਹਦੀ ਆਪਸ਼ਨਸ, ਪਹਿਲੀ ਆਪਸ਼ਨਸ ਕੀ ਕਹਿ ਰਿਹਾ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ ਕੈਪੀਟਲ ਹੈ ਜੀ ਇਹ। ਉਹ ਤੋਂ ਬਾਅਦ ਕਹਿ ਰਿਹਾ ਸਬਸਕ੍ਰਾਈਬ ਆਰ ਫੁੱਲੀ ਪੇਡ ਅਪ 1 ਲੱਖ ਸ਼ੇਅਰਸ ਹੈ, 10 ਦਾ ਈਚ ਹੈ। ਉਹਦੀ ਕੈਲਕੂਲੇਸ਼ਨ ਐਵੇਂ ਭਾਈ ਕਾਲ ਇਨ ਏਰੀਅਰ ਉਹਦੇ 'ਚੋਂ ਲੈਸ ਕਰਕੇ ਅਮਾਊਂਟ ਸਾਨੂੰ ਕੀ ਕਰਤੀ ਸ਼ੋਅ ਕਰਤੀ, ਹੈ ਨਾ। ਸੀ 'ਚ ਕੀ ਕਹਿ ਰਿਹਾ ਸਬਸਕ੍ਰਾਈਬ ਫੁੱਲੀ ਪੇਡ ਅਪ, ਇਹਨੇ ਇੱਥੇ 1 ਲੱਖ ਸ਼ੇਅਰ ਲਈਏ, 10 ਦਾ ਈਚ 1 ਲੱਖ ਕਰਤਾ, ਤੇ ਨੈਕਸਟ ਕੀ ਕੀਤਾ ਜੀ ਉਹਨੇ ਲੈਸ ਕੀਤਾ ਕਾਲ ਇਨ ਏਰੀਅਰ, ਲੈਸ ਕਰਤਾ 97 ਆ ਗਿਆ। ਜੇ ਤੁਸੀਂ ਦੂਜਾ ਮੈਥਡ ਦੇਖੋ ਤਾਂ ਉਹਦੇ 'ਚ ਉਹਨੇ 1 ਲੱਖ ਤਾਂ ਆਲਰੇਡੀ 1000 ਸ਼ੇਅਰ ਮਾਈਨਸ ਕਰਤੇ ਜਿਹਦੀ ਪੇਮੈਂਟ ਨਹੀਂ ਆਈ, ਤਾਂ ਉਹਨੇ ਉਹਨੂੰ 10 ਨਾਲ ਕਰਤਾ, ਤਾਂ ਤੁਹਾਡੀ ਅਮਾਊਂਟ ਕਿੰਨੀ ਆ ਗਈ 9,90,000 ਰਾਈਟ। ਤੇ ਜਿਹੜਾ ਉਹਦਾ ਏਰੀਅਰ ਸੀਗਾ ਉਹ ਕਿੰਨਾ ਸੀਗਾ ਜੀ, ਜਿਹੜਾ ਆਉਣਾ ਸੀਗਾ 1000 ਸ਼ੇਅਰਸ ਤੇ 10 ਆਉਣਾ ਸੀਗਾ, ਤੇ ਏਰੀਅਰ ਕਿੰਨਾ ਹੈ ਜੀ 3000 ਦਾ। ਇਹਦੇ 'ਚੋਂ ਇਹ ਕੀ ਕਰ ਦਾਂਗੇ ਆਪਾਂ, ਕੀ ਕਰਾਂਗੇ ਜੀ ਆਪਾਂ ਐਡ ਕਰਾਂਗੇ। ਸੋ ਤੁਹਾਡੀ ਅਮਾਊਂਟ ਕਿੰਨੀ ਆ ਗਈ ਜੀ, ਇਹ ਆ ਗਈ। ਸੋ ਡੀ ਆਪਣੀ ਆਪਸ਼ਨ ਕੀ ਕਹਿ ਰਿਹਾ ਜੀ, ਦੋਨੇ ਆਪਸ਼ਨ ਸੀ ਆਪਣੀ ਬੀ ਐਂਡ ਸੀ ਕਹਿ ਰਿਹਾ ਜੀ ਇਹ। ਸੋ ਤੁਹਾਡਾ ਰਾਈਟ ਆਂਸਰ ਕਿਹੜਾ ਹੈ ਜੀ, ਆਪਣਾ ਰਾਈਟ ਆਂਸਰ ਹੈ ਜੀ ਸੀ ਸਬਸਕ੍ਰਾਈਬ ਬਟ ਨਾਟ ਫੁੱਲੀ ਪੇਡ ਅਪ, ਮੀਨਸ ਉਹਦੀ ਕੈਲਕੂਲੇਸ਼ਨ ਤੁਸੀਂ ਇਸ ਵੇ ਨਾਲ ਕਰੋਗੇ, ਠੀਕ ਹੈ। ਕਿ ਜਿੰਨਾ ਟੋਟਲ ਉਹਨੂੰ ਸ਼ੇਅਰਸ ਲੈਸ ਕਰ ਦਿੰਦੇ 99,000 ਸ਼ੇਅਰ ਦੇ ਪਹਿਲਾਂ ਹੀ ਆ ਗਏ ਪੈਸੇ, 1000 ਸ਼ੇਅਰ 10 ਰੁਪਏ ਦਾ ਸੀਗਾ, 1000 ਆਉਣਾ ਸੀਗਾ, 10,000 ਆਉਣੇ ਸੀਗੇ, ਲੇਕਿਨ ਜਿਹੜਾ ਏਰੀਅਰ ਜਿਹੜੇ ਨਹੀਂ ਆਏ ਹੈਗੇ ਪੈਸੇ ਉਹ 3000 ਨਹੀਂ ਆਏ, ਤਾਂ ਟੋਟਲ ਕਿੰਨੀ ਪੇਮੈਂਟ ਰਿਸੀਵ ਹੋਈ ਉਹਨੂੰ 7000,
ਤਾਂ ਟੋਟਲ ਤੁਹਾਡੀ ਪੇਮੈਂਟ ਕਿੰਨੀ ਆ ਗਈ 9,97,000। ਸੋ ਇਹ ਤੁਹਾਡਾ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ ਆਪਣਾ ਡਿਵੈਂਚਰ ਰਿਡੀਮੇਬਲ ਆਫਟਰ 10 ਇਅਰਸ ਕੈਨ ਬੀ ਇਸ਼ੂ ਐਸ ਸ਼ੋਨ। ਕਿਹੜੇ ਹੁੰਦੇ ਜੀ ਲੌਂਗ ਟਰਮ ਬੋਰਿੰਗ ਹੁੰਦੇ ਜੀ ਡਿਵੈਂਚਰ। ਦੇਖੋ ਮੈਂ ਤੁਹਾਨੂੰ ਲਾਸਟ ਟਾਈਮ ਬੋਲਿਆ ਸੀਗਾ ਇਕੁਇਟੀ ਸ਼ੇਅਰ ਕੈਪੀਟਲ, ਪ੍ਰੈਫਰੈਂਸ ਸ਼ੇਅਰ ਕੈਪੀਟਲ, ਡਿਵੈਂਚਰਸ। ਜਿਹੜੇ ਇਕੁਇਟੀ ਹੈ ਐਂਡ ਪ੍ਰੈਫਰੈਂਸ ਸ਼ੇਅਰ ਇਹਨਾਂ ਦਾ ਥੋੜ੍ਹਾ ਬਹੁਤਾ ਮੈਚਿੰਗ ਹੈਗੀ ਹੈ, ਬਟ ਜਿਹੜੇ ਡਿਵੈਂਚਰਸ ਹੈ ਇਹ ਨਾ ਰਾਈਟ, ਇਹਨਾਂ ਦਾ ਨਾ ਕੋਈ ਬਿਜ਼ਨਸ ਰਾਈਟ ਹੁੰਦਾ ਹੈ। ਇਹ ਇੱਕ ਤਰ੍ਹਾਂ ਤੋਂ ਸਟੂਡੈਂਟ ਐਫਡੀਜ਼ ਵਰਗੇ ਹੁੰਦੇ। ਐਫਡੀਜ਼ ਜਿਵੇਂ ਕਹਿ ਦਿੰਦੇ ਥੋੜ੍ਹੇ ਸ਼ਾਰਟ ਟਾਈਮ ਲੈਂਦੇ, ਇਹ ਲੌਂਗ ਟਾਈਮ ਲਈ ਹੁੰਦੇ ਆ, 15-20 ਸਾਲ ਲਈ ਇਹ ਕੰਪਨੀਆਂ ਨੇ ਲਏ ਹੁੰਦੇ ਆ। ਸੋ ਇਹ ਕੀ ਹੁੰਦੇ ਜੀ ਆਪਣੀ ਲੌਂਗ ਟਰਮ ਬੋਰਿੰਗ ਹੁੰਦੀ ਹੈ, ਰਾਈਟ। ਨੈਕਸਟ ਕੁਐਸਚਨ ਹੈ ਜੀ ਆਪਣਾ 1010% ਡਿਵੈਂਚਰ ਹੈ, 100 ਦਾ ਈਚ ਹੈ, ਬਟ ਉਹਦੇ 'ਚੋਂ ਜਿਹੜੇ 10,000 ਸ਼ੇਅਰ ਸੀਗੇ 10% ਡਿਵੈਂਚਰ ਆ ਰਿਡੀਮ ਹੋ ਗਏ, ਹੈ ਨਾ, ਵਿਚ ਇਜ਼ 12 ਮੰਥਸ ਆਫ ਡੇਟ ਆਫ ਬੈਲੈਂਸ ਸ਼ੀਟ, 12 ਮਹੀਨੇ ਦੇ ਸੀਗੇ। ਅਤੇ ਉਹ ਕਹਿੰਦੇ ਜੀ ਦੇ ਵਿਲ ਬੀ ਸ਼ੋਨ ਇਨ ਕਰੰਟ ਲਾਇਬਿਲਿਟੀ ਅੰਦਰ, ਕਰੰਟ ਲਾਇਬਿਲਿਟੀ ਦੇ ਅੰਦਰ ਕਿੱਥੇ ਸ਼ੋ ਹੋਣਗੇ ਜੀ ਆਪਣੇ ਇਹ ਅੰਡਰ ਹੋਣਗੇ ਜੀ ਅਦਰ ਕਰੰਟ ਲਾਇਬਿਲਿਟੀ 'ਚ ਇਹ ਕੀ ਸ਼ੋ ਹੋਣਗੇ ਜੀ ਕਾਲਮ 'ਚ ਐਡ ਕੀਤੇ ਜਾਣਗੇ, ਅਦਰ ਕਰੰਟ ਲਾਇਬਿਲਿਟੀ 'ਚ ਇਹ ਸ਼ੋ ਕੀਤੇ ਜਾਣਗੇ, ਰਾਈਟ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ ਸਿਕਿਉਰਿਟੀ ਪ੍ਰੀਮੀਅਮ ਰਿਜ਼ਰਵਸ ਇਜ਼ ਨੋਨ ਐਜ਼ ਲਾਇਬਿਲਿਟੀ ਸਾਈਡ ਬੈਲੈਂਸ ਸ਼ੀਟ 'ਚ ਸ਼ੋ ਕੀਤੇ ਜਾਂਦੇ ਜੀ ਕਿਹੜੇ ਜੀ ਸਿਕਿਉਰਿਟੀ ਪ੍ਰੀਮੀਅਮ। ਸਟੂਡੈਂਟ ਮੈਂ ਤੁਹਾਨੂੰ ਇਹਦੇ ਵੀ ਵੀਡੀਓ ਪਾਉਂਗੀ ਜੀ ਛੇਤੀ ਕਿ ਕਾਲ ਇਨ ਏਰੀਅਲ, ਕਾਲ ਇਨ ਐਡਵਾਂਸ ਕੀ ਹੁੰਦਾ ਜੀ, ਆਪਣਾ ਸਿਕਿਉਰਿਟੀ ਪ੍ਰੀਮੀਅਮ ਜਾਂ ਡਿਸਕਾਊਂਟ ਕੀ ਹੁੰਦਾ ਹੈ ਨਾ। ਸਿਕਿਉਰਿਟੀ ਪ੍ਰੀਮੀਅਮ ਕਿੱਥੇ ਐਡ ਕੀਤਾ ਜਾਂਦਾ ਜੀ ਆਪਣਾ, ਕਿੱਥੇ ਸ਼ੋ ਕੀਤਾ ਜਾਂਦਾ ਆਪਣਾ ਰਿਜ਼ਰਵ ਐਂਡ ਸਰਪਲਸ ਅਕਾਊਂਟਸ ਕਿੱਥੇ ਕੀਤਾ ਜਾਂਦਾ ਜੀ ਆਪਣਾ ਇਹ ਸ਼ੋ ਕੀਤਾ ਜਾਂਦਾ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ ਇੰਡੀਕੇਟ ਦਾ ਟਰਮ ਵਿਚ ਅਪੀਅਰ ਔਨ ਐਜ਼ ਅ ਸ਼ਾਰਟ ਟਰਮ ਪ੍ਰੋਵੀਜ਼ਨਸ ਕੀਤੀ ਜਾਂਦੀ ਹੈ ਕੀ ਜੀ ਆਪਣਾ ਇੰਡੀਕੇਟ ਕੀ ਆਈਟਮ ਕੀਤੀ ਜਾਂਦੀ ਹੈ ਸ਼ਾਰਟ ਟਰਮ ਪ੍ਰੋਵੀਜ਼ਨਸ ਜੀ ਆਪਣਾ ਆਪਸ਼ਨ ਹੈ ਜੀ ਆਪਣੀ ਏ ਪ੍ਰਪੋਜ਼ ਡਿਵੀਡੈਂਡ, ਬੀ ਹੈ ਜੀ ਇੰਟਰਸਟ ਐਕਰੂਡ ਬਟ ਨਾਟ ਡਿਊ, ਅਤੇ ਸੀ ਹੈ ਜੀ ਆਪਣਾ ਇੰਪਲੋਏ ਪ੍ਰੋਵੀਡੈਂਟ ਫੰਡ, ਅਤੇ ਡੀ ਹੈ ਜੀ ਆਪਣਾ ਨਨ ਆਫ ਦੀ ਅਬਵ, ਠੀਕ ਹੈ ਜੀ। ਸੋ ਯੋਰ ਕਰੈਕਟ ਆਂਸਰ ਇਜ਼ ਪ੍ਰਪੋਜ਼ ਡਿਵੀਡੈਂਡ ਹੁੰਦਾ ਜੀ ਆਪਣਾ, ਰਾਈਟ। ਨੈਕਸਟ ਹੈ ਜੀ ਆਪਣਾ ਡਿਵੀਡੈਂਡ ਇਜ਼ ਪੇਡ ਔਨ, ਡਿਵੀਡੈਂਡ ਕਿੱਥੋਂ ਪੇਡ ਕੀਤਾ ਜਾਂਦਾ ਹੈ ਜੀ ਆਪਣਾ, ਕਿੱਥੋਂ ਪੇ ਕੀਤਾ ਜਾਂਦਾ ਹੈ ਜੀ ਜਿਹੜਾ ਡਿਵੀਡੈਂਡ ਦਿੰਦੇ ਆ ਅਸੀਂ ਸ਼ੇਅਰ ਹੋਲਡਰਸ ਨੂੰ, ਉਹਦੀ ਪਹਿਲੀ ਆਪਸ਼ਨ ਹੈ ਜੀ ਆਥੋਰਾਈਜ਼ਡ ਕੈਪੀਟਲ, ਸੈਕਿੰਡ ਹੈ ਜੀ ਇਸ਼ੂਡ ਕੈਪੀਟਲ, ਥਰਡ ਹੈ ਜੀ ਸਬਸਕ੍ਰਾਈਬ ਬਟ ਨਾਟ ਪੇਡ ਅਪ ਕੈਪੀਟਲ, ਐਂਡ ਯੋਰ ਡੀ ਆਪਸ਼ਨ ਇਜ਼ ਨਨ ਆਫ ਦਾ ਅਬਵ। ਸੋ ਇਹਦਾ ਰਾਈਟ ਆਂਸਰ ਕੀ ਹੈ ਜੀ ਤੁਹਾਡਾ ਆਪਸ਼ਨ ਸੀ ਹੋ ਗਿਆ ਜੀ, ਸਬਸਕ੍ਰਾਈਬ ਕੈਪੀਟਲ ਐਂਡ ਫੁਲੀ ਪੇਡ ਅਪ ਕੈਪੀਟਲ ਹੁੰਦੀ ਹੈ ਜੀ। ਸੋ ਕੀ ਹੈ ਜੀ ਆਪਣਾ ਇਹਦਾ ਆਂਸਰ ਸਬਸਕ੍ਰਾਈਬ ਕੈਪੀਟਲ ਦੈਟ ਇਜ਼ ਪੇਡ ਅਪ ਹੋਗੀ, ਜਿਹੜੀ ਸਬਸਕ੍ਰਾਈਬ ਕੈਪੀਟਲ ਸੀਗੀ ਤੀ ਉਹ ਆਪਣੀ ਪੇਡ ਅਪ ਹੋਗੀ। ਸੋ ਨੈਕਸਟ ਕੁਐਸਚਨ ਹੈ ਡਿਵੈਂਚਰਸ ਆਰ ਸ਼ੋਨ ਇਨ ਦਾ ਬੈਲੈਂਸ ਸ਼ੀਟ ਅੰਡਰ ਦਾ ਹੈਡ ਆਫ, ਕਿਹੜੇ ਹੈਡ 'ਚ ਸ਼ੋ ਕੀਤਾ ਜਾਂਦਾ ਹੈ ਜੀ ਆਪਣਾ ਜਿਹੜੇ ਡਿਵੈਂਚਰਸ ਹੁੰਦੇ ਆ ਤਾਂ ਉਹ ਡਿਵੈਂਚਰਸ ਕਿੱਥੇ ਸ਼ੋ ਕੀਤੇ ਜਾਂਦੇ ਜੀ ਆਪਣੇ ਲੌਂਗ ਟਰਮ ਬੋਰਿੰਗਸ। ਲਾਸਟ ਜਿਹੜਾ ਮੈਂ ਤੁਹਾਨੂੰ ਕੁਐਸਚਨ ਕਰਵਾ ਕੇ ਹਟੀ ਹਾਂ ਕਹਿੰਦੇ ਜੀ ਰੈਵਨਿਊ ਫਰੋਮ ਸੇਲ ਆਫ ਗੁੱਡਸ ਮੈਨੂਫੈਕਚਰਿੰਗ ਇਜ਼ ਸ਼ੋਨ ਇਨ ਦਾ ਸਟੇਟਮੈਂਟ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ, ਕਿੱਥੇ ਸ਼ੋ ਕੀਤੀ ਜਾਂਦਾ ਹੈ ਜੀ ਜਿਹੜੀ ਸੇਲ ਕਰਦੇ ਹਾਂ ਜੀ ਅਸੀਂ ਉਹ ਕਿੱਥੇ ਸ਼ੋ ਕੀਤੀ ਜਾਂਦੀ ਹੈ ਜੀ ਰੈਵਨਿਊ ਫਰੋਮ ਦੀ ਆਪਰੇਸ਼ਨਸ, ਜਿਹੜੇ ਰੈਵਨਿਊ ਹੁੰਦੇ ਆ ਬਿਜ਼ਨਸ ਦੇ ਹੈ ਨਾ ਉਹਦੇ 'ਚ ਕਿੱਥੇ ਸ਼ੋ ਕੀਤਾ ਜਾਂਦਾ ਹੈ ਜੀ ਇਹ ਆਪਣਾ ਰੈਵਨਿਊ ਫਰੋਮ ਦਾ ਆਪਰੇਸ਼ਨਸ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ ਰੈਵਨਿਊ ਫਰੋਮ ਦਾ ਸੇਲ ਆਫ ਸਟਾਕ ਇਨ ਟ੍ਰੇਡ ਹੈ ਇਹ ਸ਼ੋਨ ਇਨ ਕਿੱਥੇ ਸ਼ੋ ਕੀਤਾ ਜਾਂਦਾ ਪ੍ਰੋਫਿਟ ਐਂਡ ਲਾਸ, ਇਹ ਕਿੱਥੇ ਸ਼ੋ ਕੀਤਾ ਜਾਂਦਾ ਜੀ ਆਪਣਾ ਰੈਵਨਿਊ ਫਰੋਮ ਦੀ ਆਪਰੇਸ਼ਨ, ਸੇਮ ਸਟਾਕ 'ਚੋਂ ਚਾਹੇ ਉਹ ਸੇਲ ਹੋਵੇ ਗੁੱਡਸ ਦੀ ਹੈ ਨਾ ਚਾਹੇ ਉਹ ਸੇਲ ਹੋਵੇ ਸਟਾਕ ਦੀ, ਕਿੱਥੇ ਸ਼ੋ ਕੀਤੀ ਜਾਵੇਗੀ ਜੀ ਉਹ ਆਪਣੀ ਰੈਵਨਿਊ ਫਰੋਮ ਦੀ ਆਪਰੇਸ਼ਨ, ਵੀ ਜਿਹੜੇ ਬਿਜ਼ਨਸ ਦੇ ਆਪਰੇਸ਼ਨ ਹੈ ਉਹ ਤੋਂ ਰੈਵਨਿਊ ਸਾਨੂੰ ਕਿੰਨੀ ਹੋ ਰਹੀ ਹੈ। ਸੋ ਨੈਕਸਟ ਹੈ ਜੀ ਰੈਵਨਿਊ ਫਰੋਮ ਸੇਲ ਆਫ ਸਕ੍ਰੈਪ ਫਰੋਮ ਦੀ ਗੁੱਡਸ ਮੈਨੂਫੈਕਚਰਿੰਗ ਇਜ਼ ਸ਼ੋਨ ਇਨ ਦਾ ਸਟੇਟਮੈਂਟ ਆਫ ਲਾਸ ਪ੍ਰੋਫਿਟ ਐਂਡ ਲਾਸ, ਕਿੱਥੇ ਸੇਮ ਕੀਤੀ ਜਾਏਗੀ ਜੀ ਇਹ ਸੇਮ ਆਂਸਰ ਹੈ ਜੀ ਤੁਹਾਡਾ ਰੈਵਨਿਊ ਫਰੋਮ ਦੀ ਆਪਰੇਸ਼ਨ, ਜਿੰਨੀ ਵੀ ਸੇਲ ਹੋਏਗੀ ਤੁਹਾਡੀ ਐਸੈਟਸ ਦੀ ਉਹ ਕਿੱਥੇ ਸ਼ੋ ਕੀਤੀ ਜਾਂਦੀ ਹੈ ਜੀ ਰੈਵਨਿਊ ਫਰੋਮ ਦੀ ਆਪਰੇਸ਼ਨਸ। 14 ਕੁਐਸਚਨ ਹੈ ਜੀ ਉਹ ਕਹਿ ਰਿਹਾ ਜੀ ਇੰਟਰਸਟ ਇਨਕਮ ਫਰੋਮ ਨॉन ਫਾਈਨੈਂਸ਼ੀਅਲ ਕੰਪਨੀ ਹੈ ਕਿੱਥੇ ਸ਼ੋ ਕੀਤੀ ਜਾਂਦੀ ਹੈ ਸਟੇਟਮੈਂਟ ਪ੍ਰੋਫਿਟ ਐਂਡ ਲਾਸ 'ਚ। ਦੇਖੋ ਜੀ ਜਿਹੜੀ ਇੰਟਰਸਟ ਇਨਕਮ ਹੈ ਜੀ ਸੋ ਸਟੂਡੈਂਟਸ ਯੋਰ 15 ਕੁਐਸਚਨ ਇਜ਼ ਕਹਿੰਦਾ ਜੀ ਗੇਨ ਹੈ ਜਿਹੜਾ ਸੇਲ ਆਫ ਫਿਕਸ ਅਸੈਟਸ ਤੇ ਹੋਇਆ ਨॉन ਫਾਈਨੈਂਸ਼ੀਅਲ ਕੰਪਨੀ ਦਾ ਉਹ ਪ੍ਰੋਫਿਟ ਐਂਡ ਲਾਸ 'ਚ ਕਿੱਥੇ ਸ਼ੋ ਕੀਤਾ ਜਾਂਦਾ ਹੈ, ਕਿੱਥੇ ਸ਼ੋ ਕੀਤਾ ਜਾਏਗਾ ਜੀ ਆਪਣਾ ਅਦਰ ਇਨਕਮ 'ਚ ਸ਼ੋ ਕੀਤਾ ਜਾਏਗਾ, ਰਾਈਟ ਹੈ ਜੀ। ਨੈਕਸਟ ਕੁਐਸਚਨ ਹੈ ਜੀ ਗੇਨ ਪ੍ਰੋਫਿਟ ਹੋਇਆ ਸੇਲ ਔਨ ਫਿਕਸ ਅਸੈਟ ਫਾਈਨੈਂਸ਼ੀਅਲ ਕੰਪਨੀ 'ਚ, ਇੱਥੇ ਨॉन ਫਾਈਨੈਂਸ਼ੀਅਲ ਕੰਪਨੀ ਸੀਗਾ ਇੱਥੇ ਫਾਈਨੈਂਸ਼ੀਅਲ ਸੀਗਾ, ਅਤੇ ਸਟੇਟਮੈਂਟ ਆਫ ਪ੍ਰੋਫਿਟ 'ਚ ਕਿੱਥੇ ਸ਼ੋ ਕੀਤਾ ਜਾਏਗਾ, ਕਿੱਥੇ ਸ਼ੋ ਕੀਤਾ ਜਾਏਗੀ ਆਪਣਾ
अदर इनकम च शो किया जाएगा। देखो राजे चाहे नॉन फाइनैंशियल कंपनी है चाहे फाइनैंशियल कंपनी है, जिहड़ा अपना सेल ऑफ फिक्स असेट है तो गेन होएगा वो कित्थे रिकॉर्ड किया जाएगा अपना अदर इनकम च। नंबर 17 है जी अपना डिविडेंड अर्न बाय द फाइनैंशियल कंपनी इज शोन इन स्टेटमेंट ऑफ प्रॉफिट एंड लॉस अकाउंट कित्थे शो किया जाता है जी अपना, ये शो किया जाता है जी रेवेन्यू फ्रॉम दी ऑपरेशन। ये गलत है जी अपना आंसर जेडे ने भी लाया। सो डिविडेंड अर्न बाय द फाइनैंशियल कंपनी इज शोन एज स्टेटमेंट ऑफ प्रॉफिट एंड लॉस होएगा जी रेवेन्यू फ्रॉम दी ऑपरेशन च रिकॉर्ड किया जाता है। राइट है जी। सो अपना नैक्सट है जी क्वेश्चन नंबर 18 जी, ये इंटरस्ट ऑन लोन गिवन टू द फाइनैंशियल कंपनी कित्थे शो किया जाता है, इंटरस्ट जिहड़ा दिंदे आ वो भी रेवेन्यू फ्रॉम दी ऑपरेशन च ऐड किया जाता है। सो योर 19 क्वेश्चन कह रहा रॉ मटीरियल जिहड़ा असीं परचेज करते हैं वो कित्थे शो किया जाता है, कित्थे शो किया जाता है जी अपना कोस्ट ऑफ मटीरियल कंज्यूम की किया जाता है जी, ये रिकॉर्ड किया जाता है। सो अपना नैक्सट जी 20th क्वेश्चन है जी। सो अपना नेक्स्ट क्वेश्चन है जी परचेज ऑफ गुड्स एंड रीसेलिंग, परचेज कर रहे हैं रीसेलिंग वास्ते शोन इन द स्टेटमेंट ऑफ प्रॉफिट एंड लॉस अकाउंट कित्थे शो किया जाता है जी अपना। सो कित्थे शो किया जाता है जी, फर्स्ट ऑप्शन है जी चेंज इन इन्वेंटरीज ऑफ फिनिश गुड्स वर्क इन प्रोग्रेस एंड स्टॉक इन ट्रेड, बी ऑप्शन है जी कॉस्ट ऑफ मटीरियल कंज्यूम, सी परचेज ऑफ स्टॉक इन ट्रेड एंड डी है जी नन ऑफ दी अबव। सो तुहाडा राइट जिहड़ा आंसर है जी वो हैगा जी सी परचेज ऑफ स्टॉक इन ट्रेड च यह पाया जाएगा। सो अपना आंसर है जी अपना परचेज, सी ऑप्शन परचेज ऑफ स्टॉक इन ट्रेड है। अपना 20th क्वेश्चन है जी चेंज इन इन्वेंटरीज ऑफ द फिनिश गुड्स वर्क इन प्रोग्रेस एंड स्टॉक इन ट्रेड है, ਇਹਦਾ मतलब की है जी डिफरेंस बिटवीन ओपनिंग इन्वेंटरी एंड क्लोजिंग इन्वेंटरी, difference between closing and opening inventory, difference between opening and closing inventory if opening inventories are higher, and the D option and the last option is difference between closing and opening inventory जो closing inventory की होगी तो हाई होगी। सो करेक्ट आंसर इज ओपनिंग स्टॉक एंड क्लोजिंग स्टॉक की होंगे साडा फिनिश गुड या वर्किंग अपना वर्क इन प्रोग्रेस की दिखाती होंगी है जी चेंज दिखाती होंगी जी। सो नैक्सट अपना 22 क्वेश्चन है जी वेजिस पेड टू द वर्कर इज शोन इन द स्टेटमेंट ऑफ प्रॉफिट एंड लॉस अकाउंट कित्थे शो किए जाते हैं जी, जी अपनी वेजिस पेड की जाती है वर्करस नूं वो कित्थे शो की जाती है जी। फर्स्ट ऑप्शन है जी अपना मटीरियल कॉस्ट फॉर मटीरियल कंज्यूम, नैक्सट अदर एक्सपेंसिस, सी है जी अपना इंप्लॉय बेनिफिट एक्सपेंसिस एंड डी है जी अपना एनी ऑफ द अबव। सो योर राइट आंसर इज इंप्लॉय बेनिफिट आएगा जी अपना इंप्लॉय बेनिफिट एक्सपेंसिस, ठीक है जी ऑप्शन सी अपना करेक्ट है। अपना क्वेश्चन नंबर है जी 23rd कहता जी सैलरी जी असी पे करते ऑफिस स्टाफ नूं वो कित्थे शो किया जाता है जी, जी असी सैलरी पे करते अपने ऑफिस स्टाफ नूं वो कित्थे पे किया जाता है जी, वो कित्थे पे किया जाएगा तुहानूं सेम इंप्लॉय बेनिफिट एक्सपेंसिस की किया जाऊगा ऐड किया जाएगा इंप्लॉय बेनिफिट एक्सपेंस। योर 25th एंड द लास्ट क्वेश्चन इज कह रहा कैरेज इन वर्ड है जिहड़ा कित्थे शो किया जाता है फाइनैंशियल स्टेटमेंट मटीरियल फॉर मटीरियल कॉस्ट ऑफ मटीरियल कंज्यूम अदर एक्सपेंसिस इंप्लॉय बेनिफिट एक्सपेंसिस एंड एनी ऑफ द अबव। सो इसका राइट आंसर है जी तुहाडा ऑप्शन बी अदर एक्सपेंसिस की किया जाएगा जी तुहानूं शो किया जाएगा। सो आई होप सो स्टूडेंट्स तुहानूं मेरे क्वेश्चनस वधिया लगे होणगे। सो जे मेरी वीडियो तुहानूं पसंद आई प्लीज़ मेरे चैनल नूं लाइक शेयर ते कमेंट करना ना भूलो तो चैनल नूं सबसक्राइब जरूर करियो। थैंक यू सो मच।